जे किसानी मुक्की तो जोड़ा अपने बाहर आने आप पैसे आप खर्चते हैं है फिर ही आप बाहर आने जे हम अपनी किसानी मुक्की तो आपको पैसे कितों आउणगे। सो मैं यही मेरे वीरां नूं बेनती करदा भी अपने जिला अनुशासन के चलना डिसिपलिन के चलना क्योंकि आप जो भी हम अपने वीर इकट्ठे होए बनाने कोविड का टाइम तो आप पूरा लाइटां फॉलो करनियां ने तो पूरा डिसिपलिन के जाना तो पुलिस भी इतने आई हुई है तो कोई हुलड़बाजी नहीं आप चाहते तो कल ही आप आए ना हो भी मंडीर इकट्ठी हुई सी भी उन्होंने गंद पाता। ठीक है वीरे आप ये कहने भी वध तो वध आप गैप के नाल चलांगे तो आर्डीनेंस जो ये पास होया आप वापस करा के ही साह लेना गा। तो जो मेरे वीर कह रहे भी तुसीं इत्थे रैली रखी है रोज़ रैली रखी है कोई फायदा नहीं पंजाब का तो साडे दिलों के डरदा बई जे असीं इंडिया नहीं जा सकते तो इत्थों असीं विरोध कर सकते हैं। जे आप विरोध नहीं कर रहे इसका मतलब आप पंजाब जिहड़े कोई भी सरकार मोदी सरकार तो आप उहदा साथ दे रहे हैं बिलों के क्योंकि उन्होंने तो बिल हुण जो लागू करते तो बिल ये वापस कराना ये अपनी जिम्मेवारी है क्योंकि जिम्मेवारी तो आ गई क्योंकि आप किसानों के नाल संबंध रखते किसानों के घरों ही आप पैदा होए आ उत्थों ही आए हैं पिंडों के विचों आए हैं। तो मैं यही कहना चाहना मेरा वीर अगे और बोलणगे किसान यूनियन जिंदाबाद, किसान यूनियन जिंदाबाद, किसान यूनियन जिंदाबाद। सब तो पहला तो जी वाहिगुरू जी का खालसा वाहिगुरू जी की फतेह। जिवें ਸਾਡੇ ਵੀ ਲੋਕੀ ਭਾਈ ਨਾਲ ਗੱਲ ਹੁੰਦੀ ਸੀ ਜਿਵੇਂ ਬਾਈ ਜੀ ਵੀ ਕਹਿ ਕੇ ਗਏ ਨੇ ਵੀ ਕਈ ਲੋਕ ਕਹਿੰਦੇ ਨੇ ਵੀ ਤੁਹਾਡੇ ਇੱਥੇ ਕਰਨ ਨਾਲ ਕੀ ਕੁਝ ਹੁੰਦਾ ਪਰ ਜਿਵੇਂ ਕੱਲ ਜੋਤੀ ਭਾਜੀ ਵੀ ਕਹਿੰਦੇ ਸੀ ਵੀ ਜਿਵੇਂ ਅੱਗ ਲੱਗੀ ਚ ਜੇ ਚਿੜੀ ਵੀ ਆਪਣਾ ਜਿੰਨਾ ਕੁ ਉਹਦੇ ਨਾਲ ਪਾਣੀ ਦਾ ਪਾਉਣ ਦਾ ਬੁਝਾਉਣ ਦਾ ਯੋਗਦਾਨ ਪਾ ਸਕਦੀ ਆ ਉਹ ਆਪਾਂ ਇੱਥੇ ਉਹੀ ਕਰ ਰਹੇ ਹਾਂ। ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਉਹ ਕਰ ਰਹੀਆਂ ਨੇ ਪਰ ਇੱਥੇ ਆਪਣਾ ਜਿੰਨਾ ਵੀ ਯੋਗਦਾਨ ਹੋ ਸਕਦਾ ਉਹ ਪਾ ਸਕਦੇ ਹਾਂ। ਅਤੇ ਨਾਲ ਦੀ ਨਾਲ ਆਪਾਂ ਇੱਥੇ ਕੈਨੇਡਾ 'ਚ ਚਲੋ ਉਹ ਤਾਂ ਨੈਸ਼ਨਲ ਮੀਡੀਆ ਦੀਆਂ ਗੱਲਾਂ ਨੇ ਉੱਥੇ ਦਾ ਮੀਡੀਆ ਕੁਝ ਨਹੀਂ ਦਿਖਾ ਰਿਹਾ ਸਿਰਫ ਪੰਜਾਬ ਦੇ ਕੁਝ ਚੈਨਲ ਨੇ ਜਿਹੜੇ ਦਿਖਾ ਰਹੇ ਨੇ ਜਿਹੜਾ ਜੇ ਆਪਾਂ ਇੱਥੇ ਕੁਝ ਕਰਾਂਗੇ ਤਾਂ ਗੋਰਿਆਂ ਨੂੰ ਪਤਾ ਲੱਗੂਗਾ ਇੱਥੇ ਦੇ ਇੰਟਰਨੈਸ਼ਨਲ ਮੀਡੀਆ 'ਚ ਗੱਲ ਜਾ ਸਕਦੀ ਆ ਤਾਂ ਆਪਾਂ ਇੰਟਰਨੈਸ਼ਨਲੀ ਲੋਕਾਂ ਨੂੰ ਮਾੜਾ ਮੋਟਾ ਜਾਗਰੂਕ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਕਿਸਾਨਾਂ ਦੇ ਨਾਲ ਕਿੱਡਾ ਬੜਾ ਧੱਕਾ ਹੋ ਰਿਹਾ ਤੇ ਇੱਥੇ ਵੀ ਬਹੁਤ ਆਪਣੇ ਨੌਜਵਾਨਾਂ ਨੂੰ ਜਾਂ ਪੰਜਾਬ 'ਚ ਵੀ ਕਈ ਲੋਕਾਂ ਨੂੰ ਹਜੇ ਇਹ ਭੁਲੇਖਾ ਹੀ ਹੋਊਗਾ ਵੀ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ। ਬਿਲਕੁਲ ਇਹਦਾ ਕੋਈ ਨੁਕਸਾਨ ਨਹੀਂ ਹੋਣਾ ਪਹਿਲੇ 1-2 ਸਾਲ ਇਹਦਾ ਕੋਈ ਨੁਕਸਾਨ ਨਹੀਂ ਹੋਣਾ ਕਿਉਂਕਿ ਇਹਦੇ ਨਾਲ ਕੰਟਰੈਕਟ ਫਾਰਮਿੰਗ ਜਿਹੜੀ ਉੱਥੇ ਆਊਗੀ ਤਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਆਪਣੇ ਖੇਤ ਕੰਟਰੈਕਟ ਤੇ ਲੈਣੇ ਨੇ ਤੇ ਆਪਣੇ ਖੇਤ ਕੰਟਰੈਕਟ ਤੇ ਲੈ ਕੇ ਉਹਨਾਂ ਨੇ ਪਹਿਲਾਂ ਆਪਾਂ ਨੂੰ ਬਹੁਤ ਵਧੀਆ ਰੇਟ ਵੀ ਦੇਣੇ ਨੇ ਸਭ ਕੁਝ ਦੇਣਾ ਪਰ ਉਹ ਤੋਂ ਬਾਅਦ ਜਦੋਂ ਹੁਣ ਵੱਡੀਆਂ ਕੰਪਨੀਆਂ ਜਿਹੜੀਆਂ ਅਡਾਨੀ ਵਗੈਰਾ ਨੇ ਇੱਥੇ ਪੰਜਾਬ 'ਚ ਗੋਦਾਮ ਸਾਈਬਸ ਵਗੈਰਾ ਬਣਾ ਰਹੇ ਨੇ ਤੇ ਜਦੋਂ ਹੁਣ ਉਹਨਾਂ ਕੋਲ ਪਹਿਲਾਂ 2-3 ਸਾਲ ਉਹਨਾਂ ਨੇ ਆਪਾਂ ਨੂੰ ਵਧੀਆ ਰੇਟ ਦੇ ਕੇ ਉਹਨਾਂ ਤੋਂ ਆਪਾਂ ਨਵੇਂ ਬੀਜ ਵੀ ਆ ਰਹੇ ਨੇ ਵੱਧ ਪੈਦਾਵਾਰ ਵਾਲੇ ਆਪਾਂ ਤੋਂ ਉਹਨਾਂ ਦੇ ਵੱਧ ਪੈਦਾਵਾਰ ਕਰਵਾ ਕੇ ਆਪਣੇ ਗੋਦਾਮ ਭਰ ਕੇ ਫਿਰ ਜਦੋਂ ਉਹਨਾਂ ਕੋਲ ਸਾਰਾ ਕਈ ਸਾਲਾਂ ਦਾ ਇਕੱਠਾ ਹੋ ਗਿਆ ਰਾਸ਼ਨ ਫਿਰ ਉਹਨਾਂ ਨੇ ਆਪਾਂ ਨੂੰ ਕਹਿਣਾ ਵੀ ਅਸੀਂ ਤੁਹਾਨੂੰ ਹੁਣ ਇੰਨਾ ਰੇਟ ਨਹੀਂ ਦੇ ਸਕਦੇ ਜਿੰਨਾ ਅਸੀਂ ਪਹਿਲਾਂ ਦਿੰਦੇ ਸੀ। ਫਿਰ ਆਪਾਂ ਕਹਾਂਗੇ ਵੀ ਸਾਡੀਆਂ ਜ਼ਮੀਨਾਂ ਛੱਡੋ ਆਪਣੇ ਕੰਟਰੈਕਟ ਹੋਏ ਹੋਣਗੇ ਆਪਾਂ ਕੰਟਰੈਕਟ ਵੀ ਨਹੀਂ ਛਡਾ ਸਕਾਂਗੇ ਕੁਝ ਨਹੀਂ ਕਰ ਸਕਾਂਗੇ। ਇਸ ਲਈ ਇਹੀ ਸਾਰਿਆਂ ਅੱਗੇ ਮੇਰੀ ਵੀ ਇਹੀ ਅਪੀਲ ਆ ਵੀ ਆਪਣੇ ਆਪ ਨੂੰ ਵੀ ਜਾਗਰੂਕ ਕਰੀਏ ਤੇ ਜਿੰਨਾ ਕੁ ਜਿਹੜੇ ਬੰਦੇ ਦਾ ਵੀ ਯੋਗਦਾਨ ਜਿੱਥੇ ਹੋ ਸਕਦਾ ਆਪਾਂ ਉਹਨਾਂ ਕੁ ਪਾਈਏ ਤੇ ਬਹੁਤ ਧੰਨਵਾਦ ਜੋਤੀ ਭਾਜੀ ਦਾ ਜਿਨ੍ਹਾਂ ਨੇ ਸਤਿ ਸ੍ਰੀ ਅਕਾਲ। ਹੋਰ ਵੀ ਕੋਈ ਵੀਰ ਆ ਕੋਈ ਹਰਿਆਣੇ ਤੋਂ ਵੀ ਸਾਡਾ ਵੀਰ ਜ਼ਰੂਰ ਆ ਕੇ ਉਹ ਵੀ ਬੋਲੇ ਕਿਉਂਕਿ ਆਪਾਂ ਸਾਰੇ ਕਿਸਾਨਾਂ ਦੇ ਵੋਟਾਂ ਦੇ ਵਿੱਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇਹ ਸੋਚੋ ਵੀ ਇਹ ਕਿਸੇ ਇੱਕ ਦੀ ਜ਼ਮੀਨ ਨਾਲ ਧੱਕਾ ਨਹੀਂ ਹੋ ਰਿਹਾ ਸਾਡੇ ਸਾਰਿਆਂ ਨਾਲ ਧੱਕਾ ਹੋ ਰਿਹਾ ਵਾ ਕਿਉਂਕਿ ਅਸੀਂ ਮਿਹਨਤ ਕਰਦੇ ਲੋਕ ਆ ਹਰ ਕਿਸੇ ਨੂੰ ਆਪਦਾ ਦੇਸ਼ ਚਾਹੀਦਾ ਵਾ ਤੇ ਤਾਂ ਹੀ ਅਸੀਂ ਕਹਿੰਦੇ ਵੀ ਸਾਡੀਆਂ ਜ਼ਮੀਨਾਂ ਨੇ ਸਾਡੇ ਕੋਲ ਹੀ ਰਹਿਣ ਦਿਓ ਤੇ ਇਹਦੇ ਵਿੱਚ ਅਸੀਂ ਵਪਾਰੀ ਨੂੰ ਵੀ ਕਹਾਂਗੇ ਭਾਈ ਤੁਸੀਂ ਵੀ ਸਾਡੇ ਨਾਲ ਖੜੋ ਕਿਉਂਕਿ ਅਸੀਂ ਆਲੂ ਮਿਹਨਤ ਕਰਕੇ ਬੀਜਦੇ ਆ ਤੁਸੀਂ ਚਿਪਸ ਕਹਿ ਕੇ 25 ਰੁਪਏ ਦਾ ਬੀਜ ਸਾਡਾ ਰੋਲਦਾ ਹੁੰਦਾ ਸੜਕਾਂ ਉੱਤੇ। ਹਾਂਜੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵੈਸੇ ਪੰਜਾਬ ਤੋਂ ਹੀ ਆ ਸੰਗਰੂਰ ਮੇਰਾ ਜ਼ਿਲ੍ਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜਾ ਕੁਝ ਆਇਆ ਗਾ ਇਹ ਅੱਜ ਦਾ ਨਹੀਂ ਆਪਾਂ ਨੂੰ ਪਿਛਲਾ ਇਤਿਹਾਸ ਵੀ ਦੇਖਣਾ ਪੈਣਾ। ਮਤਲਬ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਸੀਗਾ ਉਦੋਂ ਇਹਨਾਂ ਨੇ ਆਪਾਂ ਨੂੰ ਆਪਣੀਆਂ ਸਾਰੀਆਂ ਜ਼ਮੀਨਾਂ ਇਹਨਾਂ ਨੇ ਖਾਦਾਂ ਤੇ ਲਾਈਆਂ ਕਿਉਂਕਿ ਪਹਿਲਾਂ ਆਰਗੈਨਿਕ ਖੇਤੀ ਹੁੰਦੀ ਸੀ ਇਹਨਾਂ ਨੇ ਹੌਲੀ ਹੌਲੀ ਆਪਣੀਆਂ ਜ਼ਮੀਨਾਂ ਬੰਜਰ ਕੀਤੀਆਂ। ਆਪਾਂ ਨੂੰ ਜਿੰਨਾ ਫਾਇਦਾ ਹੀ ਚੂਸ ਸਕਦੇ ਸੀ ਇਹਨਾਂ ਨੇ ਚੂਸਿਆ ਪਰ ਆਪਾਂ ਸਮਝੇ ਨਹੀਂ। ਜਦੋਂ ਇਹਨਾਂ ਨੇ ਆਪਾਂ ਤੋਂ ਜਿੰਨਾ ਗ੍ਰਹਿਣ ਕੀਤਾ ਸੀ ਕੀਤਾ ਆਪਣਾ ਪੰਜਾਬੀ ਸੂਬਾ ਸਾਰਾ ਕੁਝ ਖੋਇਆ ਪਰ ਉਹ ਮੰਗਾਂ ਪਿੱਛੇ ਨੇ। ਪਰ ਹੌਲੀ ਹੌਲੀ ਜੇ ਆਪਾਂ ਪਿਛਲੇ 10 ਸਾਲਾਂ ਦਾ ਇਤਿਹਾਸ ਦੇਖੀਏ ਕਿਸੇ ਟਾਈਮ ਜੱਟਾਂ ਕੋਲ 2010 ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਦੇ ਰੇਟ ਬਿਲਕੁਲ ਅੱਪ ਸੀ ਪਰ ਇਹੀ ਸਰਕਾਰਾਂ ਨੇ ਵੀ ਜੱਟ ਉੱਪਰ ਨਾ ਜੇ ਇਹਨਾਂ ਨੇ ਕਰਾਉਣ ਪਰਲ ਵਗੈਰਾ ਵਗੈਰਾ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਲੋਕਾਂ ਤੋਂ ਲੱਖਾਂ ਪੈਸੇ ਲੁੱਟੇ ਜਦੋਂ ਕੋਈ ਗਾਹਕ ਨਾ ਬਚਿਆ
ਲੋਕਾਂ ਦੀਆਂ ਜ਼ਮੀਨਾਂ ਕਿਸਾਨ ਹੋਰ ਮੰਦਹਾਲੀ ਚ ਆ ਗਏ, ਕਿਉਂਕਿ ਪਹਿਲਾਂ ਕਿਸਾਨ ਰੱਜੇ ਪੁੱਜੇ ਸੀ। ਇਹ ਹੌਲੀ ਹੌਲੀ ਪਾਲਿਸੀਆਂ ਦੇ ਨਾਲ ਹੌਲੀ ਹੌਲੀ ਕਿਸਾਨਾਂ ਨੂੰ ਲਿਮਟਾਂ ਦਿੱਤੀਆਂ, ਲਾਲਚ ਦਿੱਤੇ ਗਏ, ਹੌਲੀ ਹੌਲੀ ਖਤਮ ਕਰਦੇ ਗਏ। ਤੇ ਹੁਣ ਜਦੋਂ ਇਹਨਾਂ ਕੋਲ ਪਰਫੈਕਟ ਟਾਈਮ ਸੀਗਾ ਕਰੋਨਾ ਵਾਇਰਸ ਦਾ, ਕਿਉਂਕਿ ਲਾਕਡਾਊਨ ਦੇ ਵਿੱਚ ਤੁਸੀਂ ਬਾਹਰ ਨਹੀਂ ਆ ਸਕਦੇ, ਕੱਖ ਨਹੀਂ ਕਰ ਸਕਦੇ, ਤੁਸੀਂ ਈਵਨ ਇਕੱਠ ਨਹੀਂ ਕਰ ਸਕਦੇ, ਕੁਝ ਨਹੀਂ ਕਰ ਸਕਦੇ। ਉਦੋਂ ਤੁਸੀਂ ਇੱਕ ਗੱਲ ਦਾ ਹਿਸਾਬ ਲਾਓ ਵੀ ਲੋਕ ਸਭਾ ਦੇ ਵਿੱਚ ਇਹਨਾਂ ਦਾ ਬਹੁਮਤ ਆ, ਉੱਥੇ ਵੋਟਾਂ ਪਈਆਂ ਨੇ, ਪਰ ਰਾਜ ਸਭਾ ਦੇ ਵਿੱਚ ਇਹਨਾਂ ਦਾ ਬਹੁਮਤ ਹੈ ਨਹੀਂ ਸੀ। ਉੱਥੇ ਖੜੇ ਪਰ ਸਪੀਕਰ ਨੇ ਪਾਸ ਕਹਿ ਕੇ ਹੱਥ ਖੜੇ ਕਰਾ ਕੇ ਦੈਟਸ ਬਿਲ ਇਜ਼ ਪਾਸ ਵੀ। ਇਹ ਪਹਿਲਾਂ ਤਾਂ ਸਾਰਾ ਕੁਝ ਵੈਲ ਪਲਾਨ ਸੀਗਾ, ਬਟ ਹੁਣ ਸੋਚਣਾ ਇਹ ਪੈਣਾ ਵੀ ਇਹਦੇ ਅੱਗੇ ਕੀ ਹੋਣਗੇ। ਕਈ ਲੋਕ ਆਪਣੇ ਇੱਥੇ ਸੋਚਦੇ ਆ ਵੀ ਇਹਦਾ ਆਪਣੇ ਤੇ ਕੋਈ ਫਰਕ ਨਹੀਂ ਪੈਣਾ, ਫਰਕ ਹੁਣ ਨਹੀਂ ਪੈਂਦਾ, ਬਟ ਜਿਵੇਂ ਭਾਈ ਜੀ ਨੇ ਦੱਸਿਆ ਹੌਲੀ ਹੌਲੀ ਪੈਣਾ ਵਾ। ਜਿਵੇਂ ਤੁਹਾਨੂੰ ਮੈਂ ਫੋਰ ਐਗਜ਼ਾਮਪਲ ਦਿੰਦਾ, ਕਿਸੇ ਟਾਈਮ ਆਪਣੇ ਪੰਜਾਬ ਦੇ ਵਿੱਚ ਰਿਲਾਇੰਸ ਕੰਪਨੀ ਦੇ ਪੰਪ ਬਹੁਤ ਮਸ਼ਹੂਰ ਸੀਗੇ, ਆਏ ਸੀਗੇ ਨਵੇਂ ਸੀ, ਲੋਕ ਕਹਿੰਦੇ ਬਹੁਤ ਵਧੀਆ ਤੇਲ ਆ। ਉਹਦੇ ਪਿੱਛੇ ਵੀ ਹਿਸਟਰੀ ਤੁਸੀਂ ਟੀਵੀ ਚੈਨਲਾਂ ਤੇ ਦੇਖੀ ਹੋਣੀ ਵਾ। ਉਹਨੇ ਪਹਿਲਾਂ ਵਧੀਆ ਤੇਲ ਵੇਚਿਆ, ਸਸਤੇ ਰੇਟਾਂ ਤੇ ਵੇਚਿਆ, ਉਹਦੇ ਪੰਪ ਖੁੱਲ ਗਏ, ਪਰ ਉਹਦੇ ਪਿੱਛੇ ਵੀ ਇੱਕ ਸਾਜ਼ਿਸ਼ ਆ ਜਿਹੜੀ ਹਾਲੇ ਤੱਕ ਲੋਕਾਂ ਨੂੰ ਪਤਾ ਨਹੀਂ, ਕਿਉਂਕਿ ਉਹਨਾਂ ਟਾਈਮਾਂ 'ਚ ਰਿਲਾਇੰਸ ਵਾਲੇ ਨੇ ਜਿਹੜੇ ਵਧੀਆ ਕਾਰੋਬਾਰੀ 10-15 ਕਿੱਲੇ ਵਾਲੇ ਜੱਟ ਸੀਗੇ ਜਿਨ੍ਹਾਂ ਨੂੰ ਰੋਡ ਤੇ ਕਿੱਲੇ ਲੱਗਦੇ ਸੀ, ਉਹਨਾਂ ਦੇ ਇਹਨਾਂ ਨੇ ਸਭ ਤੋਂ ਪਹਿਲਾਂ ਲੀਜ਼ ਤੇ ਉਹਦੇ ਵਾਹਣ ਲਏ ਵੀ ਮੇਰਾ ਪੰਪ ਖੋਲੋ, ਲੋਕਾਂ ਨੇ ਤੇ ਪੰਪ ਖੋਲੇ। ਬਟ ਹੌਲੀ ਹੌਲੀ ਇਹਨੇ ਮਾੜੀ ਕੁਆਲਿਟੀ ਦਾ ਤੇਲ ਵੇਚਿਆ, ਉਹ ਪੰਪ ਬੰਦ ਹੋ ਗਏ। ਬਟ ਉਹਦੇ ਪਿੱਛੇ ਕਈਆਂ ਨੂੰ ਰੀਜ਼ਨ ਨਹੀਂ ਪਤਾ। ਆਪਾਂ ਲੋਕ ਲੰਘਦੇ ਰੋਡ ਤੋਂ ਕਹਿੰਦੇ ਹੁੰਦੇ ਸੀਗੇ ਯਾਰ ਰਿਲਾਇੰਸ ਵਾਲੇ ਪੰਪ ਤੇ ਖੱਬਲ ਕਿਉਂ ਹੋਇਆ ਖੜਾ ਗਾ, ਤੇ ਬੰਦ ਕਿਉਂ ਹੋਏ ਪਏ ਨੇ, ਕਿਉਂਕਿ ਤੇਲ ਵਿਕਦਾ ਨਹੀਂ ਸੀਗਾ। ਜੱਟ ਕਹਿੰਦੇ ਸਾਡੀ ਜ਼ਮੀਨ ਵਾਪਸ ਕਰੋ, ਕੰਪਨੀ ਕਹਿ ਦਿੰਦੀ ਸੀਗੀ 50 ਸਾਲ ਦੀ ਲੀਜ਼ ਹੋਈ ਆ ਜੀ, ਅਸੀਂ ਜ਼ਮੀਨ ਨਹੀਂ ਛੱਡਣੀ। ਉਹੀ ਸੇਮ ਉਹ ਹੋ ਰਿਹਾ, ਕਿਉਂਕਿ ਉਹ ਲੀਜ਼ ਦੇ ਵਿੱਚ ਇੱਕ ਟੋਪੀ ਪਾਉਂਦੇ ਨੇ ਇਹ, ਤੇ ਕੰਪਨੀ ਜਦੋਂ ਜੀ ਚਾਹੇ ਉਹ ਲੀਜ਼ ਤੋੜ ਸਕਦੀ ਆ। ਦੂਜੀ ਉਹ 'ਚ ਟੋਪੀ ਕੀ ਪਾਉਂਦਾ, ਜਿਹੜੀ ਲੀਜ਼ ਵਾਲੀ ਜ਼ਮੀਨ ਹੈ ਉਹ ਤੇ ਜਿਹੜੇ ਬੰਦੇ ਨੇ ਲੀਜ਼ ਕਰਾਈ ਹੈ, ਚਾਹੇ ਰਿਲਾਇੰਸ ਵਾਲਾ ਅਡਾਨੀ ਆ, ਉਹ ਹੈ, ਉਹ ਕਿਸੇ ਟਾਈਮ ਵੀ ਤੁਹਾਡੀ ਲੀਜ਼ ਵਾਲੀ ਜ਼ਮੀਨ ਤੇ ਲੋਨ ਲੈ ਸਕਦਾ, ਉਹਨੂੰ ਕੋਈ ਨਹੀਂ ਰੋਕੂਗਾ। ਕੱਲ ਨੂੰ ਉਹ ਲੀਜ਼ ਖੜੇ ਪੈਰ ਖਤਮ ਕਰਦਾ ਤਾਂ ਬੈਂਕ, ਤੁਸੀਂ ਆਪਦੀ ਜ਼ਮੀਨ 'ਚ ਵੜਨਾ, ਤੁਸੀਂ ਕਹੋਗੇ ਵਿਹਲੇ ਹੋ ਗਏ ਹੁਣ ਜ਼ਮੀਨ 'ਚ ਵੜੋ, ਬਟ ਤੁਹਾਨੂੰ ਕੱਲ ਨੂੰ ਬੈਂਕ ਵਾਲੇ ਤੁਹਾਡੀਆਂ ਜ਼ਮੀਨਾਂ ਨੂੰ ਹੱਥ ਪਾਉਣਗੇ ਵੀ ਲੋਨ ਭਰਦੇ ਫੇਰ ਜ਼ਮੀਨ 'ਚ ਵੜੀ। ਏਦਾਂ ਕਰਕੇ ਤੁਹਾਨੂੰ ਹੌਲੀ ਹੌਲੀ ਬ੍ਰੇਕ ਡਾਊਨ ਕਰਕੇ ਕਰਨਗੇ। ਅੱਜ ਆਪਾਂ ਇੰਨੇ ਜਾਣੇ ਇੱਥੇ ਇਕੱਠੇ ਹੋਏ ਆ, ਇਹਦੇ ਪਿੱਛੇ ਵੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ, ਹੌਲੀ ਹੌਲੀ ਸਾਜ਼ਿਸ਼ਾਂ ਕਰਕੇ ਆਪਾਂ ਨੂੰ ਇੰਡੀਆ ਤੋਂ ਪ੍ਰਵਾਸ ਕਰਾ ਕੇ ਵੀ ਇੱਥੇ ਕਰਾਇਆ ਗਿਆ। ਹੁਣ ਉੱਥੇ ਇੰਡੀਆ 'ਚ ਮੈਂ ਨਹੀਂ ਕਹਿੰਦਾ, ਥੋੜਾ ਬਹੁਤ ਯੂਜ਼ ਕੁਛ ਨਸ਼ਿਆਂ ਤੇ ਆ, ਬਹੁਤਿਆਂ ਨੂੰ ਤਾਂ ਕਦੇ ਇਤਿਹਾਸ ਪੜ੍ਹਨ ਦੀ ਨੌਲੇਜ ਤੱਕ ਨਹੀਂ ਹੈਗੀ। ਕਹਿਣੇ ਨੂੰ ਔਖਾ ਲੱਗਦਾ, ਬਟ ਕਦੇ ਆਪਾਂ ਸੋਚਿਆ ਇਹ ਗੱਲ ਦਾ ਵੀ ਇਹ ਬੈਕਗ੍ਰਾਉਂਡ ਚੱਲਦਾ ਕਿੱਥੋਂ ਆ। ਇਹ 10 ਸਾਲ ਦੀ ਪੁਰਾਣੀ 15 ਦੀ ਹਿਸਟਰੀ ਹੈ, ਹੌਲੀ ਹੌਲੀ ਬ੍ਰੇਕਡਾਊਨ ਕਰਕੇ ਅੱਜ ਇਹ ਹਾਲਾਤ ਆਏ ਨੇ। ਕਿਉਂਕਿ ਕਿਸੇ ਟਾਈਮ ਇੰਡੀਆ ਦੀ GDP ਬਹੁਤ ਅੱਪ ਸੀਗੀ ਜਦੋਂ ਮਨਮੋਹਨ ਸਿੰਘ ਨੇ ਕੁਰਸੀ ਛੱਡੀ ਸੀ। ਮੈਂ ਕਿਸੇ ਪਾਰਟੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ, ਬਟ ਮੇਰਾ ਇਹ 'ਚ ਇੰਟਰਸਟ ਆ ਪੋਲੀਟੀਕਲ ਦੇ ਸਬਜੈਕਟ ਦੇ ਵਿੱਚ। ਬਟ ਹੌਲੀ ਹੌਲੀ ਕੀ ਆਇਆ, ਜਦੋਂ ਸਾਰੇ ਧੰਦੇ ਫੇਲ ਹੋ ਗਏ, ਇਕੱਲਾ ਖੇਤੀਬਾੜੀ ਸੀ ਜਿਹਦੀ 3.4 ਦੇ ਨਾਲ ਜਿਹੜੀ GDP ਸੀ ਉਹ ਅੱਪ ਕਰਦੀ ਸੀ। ਜਦੋਂ ਸਾਰੇ ਧੰਦੇ ਫੇਲ ਹੋ ਜਾਂਦੇ, ਇਕੱਲੀ ਖੇਤੀ ਬਚਦੀ ਹੈ, ਕਿਉਂਕਿ ਉਹ ਜੱਟ ਬਚਾਉਂਦਾ, ਉਹ ਮਿਹਨਤ ਕਰਦਾਗਾ, ਤੇ ਤੁਹਾਡੇ ਆਪ ਦਾ ਮਨਤਾਨਾ ਸਾਰੇ ਉਹ ਤੋਂ ਬਣਦੇ ਆ। ਕਿਉਂਕਿ ਯੂਰਪ ਵੀ ਫੂਡ ਦੇ ਸਕਦਾ, ਪਰ ਪੰਜਾਬ ਇਹੋ ਜਿਹੀ ਸਟੇਟ ਹੈ, ਕਿਉਂਕਿ ਪੰਜਾਬੀਆਂ ਨੇ ਸਭ ਤੋਂ ਪਹਿਲਾਂ ਕਾਢਾਂ ਗੱਡੀਆਂ, ਜੇ ਮੈਂ ਤੁਹਾਨੂੰ ਹਿਸਟਰੀ 'ਚ ਦੱਸਾਂ, ਕਿਉਂਕਿ ਟਿੱਬੇ ਸਭ ਤੋਂ ਪਹਿਲਾਂ ਪੰਜਾਬੀ ਚੱਕਣ ਲੱਗੇ ਨੇ। ਪਹਿਲਾਂ ਬਿਹਾਰਾਂ 'ਚ ਕਦੇ ਯੂਪੀ 'ਚ ਕਦੇ ਕਣਕ ਨਹੀਂ ਸੀ ਹੁੰਦੀ, ਜਦੋਂ ਟਿੱਬੇ ਚੱਕੇ ਗਏ ਇਹਨਾਂ ਨੇ ਆਪਣੀ ਫਾਰਮੈਟ ਕਾਪੀ ਮਾਰਿਆ। ਅੱਜ ਇਹਨਾਂ ਨੇ ਆਪਦੇ ਗੁਜਰਾਤ ਦੀਆਂ ਜ਼ਮੀਨਾਂ ਆਪਾਂ ਤੋਂ ਟਿੱਬੇ ਚਕਾਏ। ਤੁਹਾਨੂੰ ਪਤਾ ਹੀ ਅੱਜ ਤੋਂ 7 ਸਾਲ ਪੁਰਾਣੀ ਖਬਰ ਕੱਢ ਲਓ, ਮੋਦੀ ਨੇ ਆਪਣੇ ਜੱਟਾਂ ਦੀਆਂ ਰਜਿਸਟਰੀਆਂ ਨਹੀਂ ਸੀ ਉੱਥੇ ਹੋਣ ਦਿੱਤੀਆਂ ਵੀ ਹੁਣ ਮੇਰੀਆਂ ਜ਼ਮੀਨਾਂ ਉਪਜਾਊ ਹੋ ਗਈਆਂ, ਅਸੀਂ ਇਹ ਤੋਂ ਅੱਪ ਕਰਾਵਾਂਗੇ, ਆਪਦੀ ਇਕਨੋਮੀ ਤੋਂ ਕੀ ਲੈਣਾ। ਆਪਣੇ ਉੱਥੋਂ ਕਿਸਾਨ ਵੀ ਇਹਨੇ ਟੱਕਰੇ ਆ। ਬਟ ਆਪਾਂ ਕਦੇ ਇਤਿਹਾਸ ਨਹੀਂ ਪੜ੍ਹਦੇ, ਆਪਾਂ ਸਿਰਫ ਅਖਬਾਰ ਦਾ ਪੰਨਾ ਫਰੋਲਦੇ ਆ, ਛੱਡਦੇ ਆ। ਤੇ ਅੱਗੇ ਦੀ ਤੁਹਾਨੂੰ ਮੈਂ ਗੱਲ ਦੱਸਦਾ, ਹੌਲੀ ਹੌਲੀ ਇਹਨਾਂ ਨੂੰ ਅੱਜ ਜੇ ਤੁਸੀਂ ਕਹੀਏ ਵੀ ਆਪਾਂ ਪੰਜਾਬੀ ਕਹੀ ਕਹਿੰਦੇ ਆ ਤਾਂ ਆਪਾਂ 2 ਸਾਲ ਮੰਡੀ 'ਚ ਕਣਕ ਨਾ ਸਿੱਟੀਏ, ਫਿਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਚਾਹੇ ਤੁਸੀਂ 5 ਸਾਲ ਨਾ ਸਿੱਟੋ। ਜੇ ਖੰਡ ਇਹ ਪੰਜਾਬੀਆਂ ਦੇ ਗੰਨੇ ਰੋੜ ਕੇ ਖੰਡ ਇਹ ਯੂਰਪ ਤੋਂ ਮੰਗਾ ਸਕਦੇ ਆ, ਕਿ ਕਣਕ ਨਹੀਂ ਉਗਾ ਸਕਦੇ। ਅੱਜ ਯੂਪੀ ਦੀ, ਬਿਹਾਰ ਦੀ ਤੇ ਗੁਜਰਾਤ ਦੀ ਕਈ ਸਟੇਟਾਂ ਹੈਗੀਆਂ ਜਿੱਥੇ ਕਣਕ ਵੀ ਹੋਣ ਲੱਗੀ, ਝੋਨਾ ਵੀ ਹੋਣ ਲੱਗ ਗਿਆ। ਪੰਜਾਬ ਦਾ ਹੁਣ ਇੰਨਾ ਕੁ ਹਿੱਸਾ ਕੱਖ ਨਹੀਂ ਕਰ ਸਕਦਾ। ਜੇ ਅੱਜ ਆਪਾਂ ਨੂੰ ਬਸ ਥੋੜਾ ਲੋੜ ਆ ਅਵੇਅਰ ਹੋਣ ਦੀ ਤੇ ਆਪਦਾ ਏਕਾ ਰੱਖਣ ਦੀ। ਹੁਣ ਪੰਜਾਬ 'ਚ ਆਪਣੇ ਕੀ ਚੱਲਦਾ, ਕੋਈ ਸਿੰਗਰ ਹੈ ਉਹ ਆਪਦਾ ਅੱਡ ਝੰਡਾ ਚੱਕੀ ਫਿਰਦੇ ਆ, ਯੂਨੀਅਨ ਵਾਲੇ ਅੱਡ ਚੰਗੀ ਫਿਰਦੇ ਆ, ਪਰ ਆਪਣਾ ਇੱਕ ਇਤਿਹਾਸ ਰਿਹਾ, ਪਰ ਆਪਾਂ ਕਦੇ ਗੌਰ ਨਹੀਂ ਕਰਦੇ। ਆਪਣੇ ਆਗੂ ਇਕੱਠ 'ਚ ਆਪਾਂ ਬਹੁਤ ਹੋ ਜਾਂਦੇ ਆ, ਮੂਹਰੇ ਲੀਡਰੀ 'ਚ ਜਾ ਕੇ ਇੱਕ ਆਗੂ ਵਿਕ ਜਾਂਦਾ। ਤੁਹਾਨੂੰ ਕਈ, ਮੈਂ ਨਾਂ ਨਹੀਂ ਲੈਂਦਾ, ਮੈਂ ਤਾਂ ਉਹਦਾ ਬਹੁਤ ਛੋਟਾ ਹੈਗਾ, ਬਟ ਸੁਣਦੇ ਆਏ ਆ ਦਾਦੇ ਪੜਦਾਦਿਆਂ ਤੋਂ। ਆਪਣੇ ਕਈ ਕਾਲੀ ਲੀਡਰ ਵੀ ਇਹ ਜਿਹੜੇ ਕਿਸਾਨ ਆਗੂ, 2 ਧੜੇ ਨੇ ਪੰਜਾਬ ਦੇ ਵਿੱਚ, ਇੱਕ ਲੱਖੋਵਾਲ, ਇੱਕ ਰਾਜੇਵਾਲ। ਜਦੋਂ ਤੱਕ ਕਾਲੀਆਂ ਦੀ ਸਰਕਾਰ ਹੁੰਦੀ ਹੈ ਤਾਂ ਰਾਜੇਵਾਲ ਧੜਾ ਗੰਦ ਪਾਉਂਦਾ, ਜਦੋਂ
ਕਾਂਗਰਸੀਆਂ ਦੀ ਸਰਕਾਰ ਹੁੰਦੀ ਆ ਲੱਖਿਆ ਦਾ ਤੁਸੀਂ ਇਤਿਹਾਸ ਕੱਢ ਲਓ, ਕਿਉਂਕਿ ਆਪਣੇ ਕੋਲ ਮੁਖੀ ਹੈ ਨਹੀਂ। ਆਪਾਂ ਕਈ ਮਸਲੇ ਸ਼ੁਕ ਰੇਸ ਕਰ ਲੈਂਦੇ ਆ ਜੀ, ਆਪਾਂ ਹਥਿਆਰ ਚੱਕ ਕੇ ਆਏ ਹੱਲ ਲੈ ਲਾਂਗੇ। ਕੋਈ ਨਹੀਂ ਵੀਰੇ, ਜਿੰਨਾ ਟਾਈਮ ਤੁਹਾਡੇ ਕੋਲ ਕੋਈ ਦਲੀਲ ਨਹੀਂ, ਤੁਹਾਡੇ ਕੋਲ ਕੋਈ ਨੌਲੇਜ ਨਹੀਂ, ਤੁਸੀਂ ਈਵਨ ਕੋਰਟ 'ਚ ਜਾ ਕੇ ਆਪਦੀ ਟਿਕਟ ਦੇ ਕੇਸ ਵੀ ਫਾਈਟ ਨਹੀਂ ਕਰ ਸਕਦੇ। ਗੱਲ ਕੀ ਆ, ਪਹਿਲਾਂ ਨੌਲੇਜ ਇਕੱਠੀ ਕਰੋ, ਬੈਕਗ੍ਰਾਉਂਡ ਦੇਖੋ, ਉਸ ਹਿਸਾਬ ਨਾਲ ਚੱਲੋ। ਦੂਜੀ ਗੱਲ ਮੈਂ ਕਰਦਾ, ਨੌਲੇਜ ਦੀ ਆ ਜਾਓ। ਜਿਹੜੇ ਵੀ ਆਪਣੇ ਪੰਜਾਬੀ ਕਹਿੰਦੇ ਆ, ਹੁਣ ਅੱਜ ਉੱਥੇ ਪੰਜਾਬ 'ਚ ਕੀ ਹਾਲ ਆ, ਬਹੁਤ ਇੱਕ ਆਪਣੀ ਪੰਜਾਬੀਆਂ ਦੀ ਸਭ ਤੋਂ ਵਧੀਆ ਫਿਤਰਤ ਤੁਹਾਨੂੰ ਪਤਾ ਹੀ ਹੈ, ਆਪਾਂ ਮੁੱਦਾ ਬਹੁਤ ਛੇਤੀ ਭੁੱਲਦੇ ਆ। ਅੱਜ ਆਪਾਂ ਵੀ ਫਿਰ ਬ੍ਰੈਂਪਟਨ ਦੇ ਵਿੱਚ ਇਕੱਠੇ ਹੋਏ ਆ, ਬਟ ਅੱਜ ਆਪਾਂ 100 ਆ, ਕੱਲ ਨੂੰ ਆਪਾਂ 30% ਰਹਿ ਜਾਾਂਗੇ, ਉਹਦੇ 40 ਜਾਂ 70% ਇਹੋ ਜਿਹੇ ਬੰਦੇ ਹੋਣਗੇ ਜਿਹੜੇ ਸਿਰਫ ਸਵਾਦ ਲੈਣ ਲਈ ਆਉਂਦੇ ਆ। ਉਸ ਤੋਂ ਬਾਅਦ ਕਹਿ ਦੇਣਗੇ ਯਾਰ ਇੱਕ ਮੁੱਦਾ ਉੱਠਿਆ ਸੀ, ਕੀ ਬਣਿਆ ਉਹਦਾ, ਮਤਲਬ ਆਪਾਂ ਆਪਦਾ ਐਫਰਟ ਨਹੀਂ ਪਾਉਣਾ, ਪੁੱਛਾਂਗੇ ਆਪਦੇ ਨਾਲ ਦੇ ਨੂੰ ਯਾਰ ਕੀ ਬਣਿਆ, ਤੂੰ ਗਿਆ ਸੀ ਉੱਥੇ। ਮਤਲਬ ਜੇ ਇਕੱਠੇ ਹੋਏ ਆ ਤਾਂ ਇਕੱਠੇ ਨਾਲ ਯੂਨਿਟੀ ਚੱਲੋ ਤੇ ਤਾਂ ਅੱਗੇ ਚੱਲੋ। ਜੇ ਨਹੀਂ ਹੋਣਾ ਫਿਰ ਉਹਨਾਂ ਨੂੰ ਤਾਂ ਪਤਾ ਹੀ ਹੈ, ਕਿਉਂਕਿ ਹਰ ਇੱਕ ਥਾਂ ਦੇ ਵਿੱਚ, ਕਿਉਂਕਿ ਮੈਂ ਆਪਦੇ ਪਿੰਡ ਦੇ ਵੀ ਸੁਣਦਾ, ਧਰਨੇ ਤੇ ਪਤਾ ਲੱਗਦਾ, ਈਵਨ ਰੇਲਵੇ ਦੇ ਵੀ ਉੱਥੇ ਬੰਦਿਆਂ ਨੇ CID ਦੇ ਵਿੱਚ ਸੈਂਟਰ ਦੇ ਆਪਦੇ ਮੁਲਾਜ਼ਮ ਹੁਣ ਉੱਥੇ ਡਿਊਟੀਆਂ ਤੇ ਨਹੀਂ ਲਾਏ ਹੋਏ, ਉਹ ਧਰਨਿਆਂ ਦੇ ਵਿੱਚ ਬੰਦੇ ਬਹਾਉਂਦੇ ਆ ਤੇ ਦੇਖਦੇ ਆ ਵੀ ਇਹ ਕੀ ਅੱਗੇ ਦੀ ਸਟੈਪ ਕਰਦੇ ਆ ਜਾਂ ਕੀ ਕਰਦੇ ਆ। ਉਹ ਸਾਰਾ ਕੁਝ ਇੰਟੈਲੀਜੈਂਸੀ ਸੈਂਟਰ ਕੋਲ ਜਾਂਦੀ ਆ। ਮਤਲਬ ਯੂਨਿਟੀ ਰੱਖੋ ਆਪਦੀ, ਜਿਹੜੀ ਤੁਹਾਡੀ ਜੋ ਵੀ ਰੋਡ ਮੈਪ ਆ, ਪਰ ਕਿਸੇ ਨੂੰ ਸ਼ੋਅ ਨਾ ਕਰੋ, ਪਰ ਇਕੱਠ ਰੱਖੋ, ਕਦੇ ਵੀ ਪਾੜ ਨਾ ਪਾਓ। ਜੇ ਆਪਾਂ ਕੈਨੇਡਾ 'ਚ ਵੀ ਇੰਨੇ ਵੀਰ ਇਕੱਠੇ ਹੋਏ ਆ, ਤਾਂ ਜੇ ਅੱਜ ਇਕੱਠ ਆ ਤਾਂ ਆਪਦੇ ਆਪ ਨੂੰ ਅਵੇਅਰ ਰੱਖੋ ਤੇ ਇਕੱਠ ਨੂੰ ਵਧਾਓ, ਨਾ ਕਿ ਤੋੜੋ। ਹੁਣ ਆਪਾਂ ਤੁਹਾਨੂੰ ਫੋਰ ਐਗਜ਼ਾਮਪਲ ਦਿੰਨਾ, ਸ਼ਾਇਦ ਸਾਰੇ ਵੀਰਾਂ ਨੂੰ ਪਤਾ ਹੀ ਹੋਣਾ, ਕੁਝ ਗੈਕ ਸੰਭੂ ਬਾਰਡਰ ਤੇ ਬੈਠੇ ਸੀ, ਕੁਝ ਲੀਡਰਸ ਕਿਸੇ ਬੈਠੇ ਸੀ, ਕੋਈ ਕਿੱਥੇ ਸੀ। ਹੁਣ ਮੇਰੇ ਵੀਰ ਮੂਸੇ ਵਾਲੇ ਨੂੰ ਆਪਾਂ ਸਾਰੇ ਸੁਣਦੇ ਆ, ਮੈਂ ਵੀ ਸੁਣਦੇ ਆ, ਮੇਰਾ ਗੋਤ ਵੀ ਸਿੱਧੂ ਆ, ਆਪਾਂ ਪਿੱਛੇ ਲੱਗ ਲੈਂਦੇ ਆ ਗੈਕਾਂ ਦੇ। ਪਰ ਜੇ ਤੁਸੀਂ ਇੱਕ ਹਿਸਾਬ ਕਦੇ ਸੋਚਿਆ, ਅੱਧੇ ਆਗੂ ਨੇ ਮਾਨਸਾ ਦੇ ਵਿੱਚ ਉਹਨੇ ਕਿੰਨਾ ਇਕੱਠ ਕਰਿਆ। ਜੇ ਆਪਣੇ ਚੇਕਾ ਹੋਵੇ ਉਹੀ ਮਾਨਸਾ ਤੇ ਸਾਰੇ ਪੰਜਾਬ ਦਾ ਇਕੱਠ ਲੱਗ ਜੇ ਸੰਭੂ ਬਾਰਡਰ ਤੇ ਗਿਆ ਹੁੰਦਾ, ਕੋਈ ਮਜ਼ਾਲ ਆ ਵੀ 30,000 ਪੁਲਿਸ ਦਾ ਬੰਦਾ 10 ਲੱਖ ਬੰਦੇ ਨੂੰ ਰੋਕ ਲੈਂਦਾ। ਸੋ ਸੋਚਣ ਦੀਆਂ ਗੱਲਾਂ ਨੇ, ਏਕੇ ਕਰਨ ਦੀਆਂ ਗੱਲਾਂ ਨੇ, ਨਾ ਕਿ ਅੱਜ ਆਪਾਂ ਇਕੱਠੇ ਹੋ ਗਏ ਤੇ ਕੱਲ ਨੂੰ ਆਪਾਂ ਚੱਲੇ ਆ ਜੌਬ ਤੇ ਜੀ, ਤੀਜੇ ਦਿਨ ਨੂੰ ਫੇਰ ਭੁੱਲ ਗਏ। ਕਈ ਲੋਕ ਕਹਿੰਦੇ ਵੀ ਤੁਸੀਂ ਕੈਨੇਡਾ ਵਾਲੇ ਬੈਠੇ ਨੇ, ਆਪਣੇ ਮੁੰਡੇ ਵੀ ਕਹਿੰਦੇ ਆ ਵੀ ਆਪਾਂ ਪਿੱਛੇ ਵਾਲਾ ਤੋਂ ਕੀ ਲੈਣਾ, ਪਰ ਬਾਈ ਆਪਾਂ ਤਾਂ ਨਹੀਂ ਲੈਣਾ, ਅੱਜ ਆਪਾਂ ਆ ਗਏ। ਪਰ ਉਹਨਾਂ ਨੂੰ ਸੋਚੋ, ਫੋਰ ਐਗਜ਼ਾਮਪਲ ਜਿਹੜੇ ਜਵਾਕਾਂ ਦੀਆਂ ਅੱਜ ਫਾਈਲਾਂ ਲੱਗੀਆਂ ਹੋਈਆਂ ਨੇ, ਜਾਂ ਕਿਸੇ ਦਾ ਧੀ ਪੁੱਤ ਆਈਲਟਸ ਕਰੀ ਜਾਂਦਾ, ਕੋਈ ਤਾਂ ਵਿਚਾਰੇ ਲੋਕਡਾਊਨ ਕਰਕੇ ਰੁਲ ਗਏ, ਜੇ ਅੱਜ ਜ਼ਮੀਨਾਂ ਹੀ ਨਾ ਰਹੀਆਂ, ਆੜਤੀ ਖਤਮ ਹੋ ਗਿਆ, ਤੁਸੀਂ ਮੈਨੂੰ ਦੱਸੋ ਵੀ ਕਿਸੇ ਬੰਦੇ ਕੋਲੋਂ ਆਪਦੇ ਜਵਾਕ ਨੂੰ ਆੜਤੀਏ ਤੋਂ ਦੁਬਈ ਤੇ ਜਾਣ ਦੇ ਪੈਸੇ ਨਹੀਂ ਫੜ ਹੋਣੇ, ਕਿਹੜਾ ਬੈਂਕ ਦੇ ਦੂਗਾ ਤੁਹਾਨੂੰ? ਕੀ ਤੁਹਾਡੇ ਕੋਲ ਕੀ ਤੁਹਾਡਾ ਕ੍ਰੈਡਿਟ ਸਕੋਰ ਹੈ? ਜੱਟ ਦਾ ਕ੍ਰੈਡਿਟ ਸਕੋਰ ਹੁੰਦਾ ਹੀ ਕੁਝ ਨਹੀਂ, ਉਹ ਤਾਂ ਆੜਤੀ ਨਾਲ ਬੋਲ ਬਾਣੀ ਆ, ਦਾਦੇ ਪੜਦਾਦਿਆਂ ਤੋਂ ਬਹੀ ਚੱਲਦੀ ਆ, ਉਹ ਤਾਂ ਚੱਲੀ ਜਾਂਦਾ। ਸੋ ਇਹ ਮੇਰੇ ਵੀਰਾਂ ਦੀ ਸੋਚਣ ਦੀ ਗੱਲ ਆ, ਥੋੜੀ ਜਿਹੀ ਨੌਲੇਜ ਗੇਨ ਕਰੋ। ਪੰਜਾਬ 'ਚ ਵੀ ਆਪਦੇ ਜਿਹੜੇ ਬੈਠੇ ਆ, ਜਿਵੇਂ ਹੁਣ ਭਗਵੰਤ ਮਾਨ ਵੀ ਚੱਕੀ ਫਿਰਦਾ ਮੁੱਦਾ, ਗ੍ਰਾਮ ਪੰਚਾਇਤ ਦਾ ਇੱਕ ਲਾਸਟ ਆਪਸ਼ਨ ਆ, ਆਪਦੇ ਪਿੰਡ ਦੀਆਂ ਪੰਚਾਇਤਾਂ ਨੂੰ ਕਹੋ ਵੀ ਭਾਈ ਧੜੇਬੰਦੀ ਛੱਡੋ, ਇਕੱਠੇ ਬੈਠੋ, ਜਿੰਨਾ ਹੋ ਸਕਦਾ ਵਾ ਆਪਦਾ ਇਕੱਠੇ ਬੈਠੋ ਤੇ ਪੰਚਾਇਤ ਨੂੰ ਮਤਾ ਪਾ ਕੇ ਆਪਦੇ DC ਦੇ ਮੱਥੇ ਮਾਰੋ ਵੀ ਭਾਈ ਆ ਸਾਡਾ ਮਤਾ ਕਿਆ ਕਰੂ। ਜੇ ਤੁਸੀਂ ਜਿਵੇਂ ਉਹ ਦੱਸਦਾ ਵੀ ਆ ਵੀ ਜੇ ਕੋਰਟ 'ਚ ਫਾਈਟ ਵੀ ਕਰਨਾ ਹੋਏ ਜਾਂ ਦਸਤਾਵੇਜ਼ ਮੰਨਿਆ ਜਾਊਗਾ, ਉਹਨੂੰ ਕੋਈ ਸਰਕਾਰ ਨਹੀਂ ਰੋਕ ਸਕਦੀ। ਬਟ ਰੌਲਾ ਕੀ ਆ? ਰੌਲਾ ਸਾਡੀ ਨੌਲੇਜ ਦਾ ਵੀਰੇ। ਆਪਾਂ ਨੂੰ ਅੱਜ ਇੱਕ ਲੀਡਰ ਨੂੰ ਆਪਦੀ ਵੀਡੀਓ ਸ਼ੇਅਰ ਕਰਾ ਕੇ ਦੱਸਣਾ ਪੈਂਦਾ ਵੀ ਉਹ 15-16 ਇੰਟਰਵਿਊਆਂ ਕਰਦਾ ਵੀ ਬਾਈ ਆ ਤੁਹਾਡੇ ਹੱਕ ਆ ਨੇ। ਆਪਾਂ ਵੀਰੇ ਬਹੁਤ ਕੁਝ ਸਿੱਖ ਗਏ, ਐਪਲ ਦੇ ਫੋਨ ਚਲਾਉਣਾ ਸਿੱਖ ਗਏ, ਸਾਰਾ ਕੁਝ ਸਿੱਖ ਗਏ, ਪਰ ਆਪਾਂ ਆਪਦੀ ਜਿਹੜੀ ਆਪਾਂ ਵੱਡੀ ਤੋਂ ਵੱਡੀ ਕਿਤਾਬ ਪੜ੍ਹ ਕੇ ਇੰਜੀਨੀਅਰ ਵੀ ਬਣ ਜਾਂਦੇ ਆ, ਸਾਰਾ ਕੁਝ ਬਣ ਜਾਂਦੇ ਆ, ਪਰ ਇੱਕ ਨਾਰਮਲ ਆਪਾਂ ਆਪਦੇ ਹੱਕ ਨਹੀਂ ਪੜ੍ਹ ਸਕਦੇ। ਉਹ ਵੀ ਆਪਾਂ ਨੂੰ, ਜੇ ਤੁਸੀਂ ਆਪ ਸੋਚੋ ਵੀ ਗੋਰੇ ਵੀ ਰਹਿੰਦੇ ਆ, ਇਹਨਾਂ ਨੂੰ ਜੇ ਵਕੀਲ ਕੋਲ ਵੀ ਜਾਂਦੇ, ਇਹਨਾਂ ਨੂੰ 30% ਆਪਦੇ ਹੱਕ ਪਤਾ ਹੁੰਦੇ, 70 ਨਹੀਂ ਪਤਾ ਹੁੰਦੇ, ਉਹ ਵਕੀਲ ਫੀਸ ਲੈ ਕੇ ਦੱਸਦਾ। ਪੰਜਾਬੀ ਆਪਾਂ ਇਹੋ ਜਿਹੇ ਆ, ਆਪਾਂ ਕਚਹਿਰੀ 'ਚ ਕੇਸ ਨਹੀਂ ਲੜ ਸਕਦੇ, ਉਹ ਵੀ ਆਪਾਂ ਫੀਸ ਦੇ ਕੇ ਆਪਾਂ ਨੂੰ ਚੰਗਾ ਰਗੜਾ ਲਾ ਕੇ ਵਕੀਲ ਆਪਣਾ ਕੇਸ ਲੜਾਉਂਦਾ। ਤੇ ਥੋੜੇ ਜਿਹੇ ਅਵੇਅਰ ਹੋਵੋ, ਸਰਚ ਕਰੋ ਵੀਰੇ, ਗੂਗਲ ਤੇ ਸਾਰਾ ਕੁਝ ਪਿਆ ਵਾ। ਆਪਾਂ ਸਬਜੈਕਟ ਪੜ੍ਹਦੇ ਆ, ਪਰ ਛੱਡੋ ਨਾ ਮੇਰੇ ਵੀਰ, ਜੇ ਯੂਨਿਟੀ ਕਰੀਏ ਤਾਂ ਅੱਗੇ ਤੱਕ ਜਾਓ, ਨਹੀਂ ਇੰਨਾ ਹੀ ਆ ਬਸ ਵੀਰੇ, ਆਹੀ ਇੰਨੀ ਬੇਨਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ। ਬਹੁਤ ਵਧੀਆ ਵੀਰੋਂ ਨੇ ਬੋਲਿਆ, ਤੇ ਕਿਉਂਕਿ ਸਾਨੂੰ ਆਪਦੇ ਹੱਕ ਪਛਾਣਨੇ ਪੈਣੇ ਆ। ਇਹ ਜਿਹੜੇ ਗਾਉਣ ਵਾਲੇ ਇਹਨਾਂ ਨੂੰ ਆਪਾਂ ਫੋਲੋ ਕਰਦੇ ਆ, ਇਹਨਾਂ ਦੇ ਸਨੇਹ ਤੇ ਲੋਕ ਪਹੁੰਚਦੇ। ਪਰ ਇਸ ਵੇਲੇ ਆਪਾਂ ਹਰੇਕ ਦਾ ਧੰਨਵਾਦ ਕਰਦੇ ਆ, ਜਿਹੜਾ ਵੀ ਬੰਦਾ ਆ, ਆਪਾਂ ਆਪਦਾ ਨਾਂ ਚਿੜੀ ਵਿੱਚ ਲਿਖਾਈਏ, ਅੱਗ ਜਿਹੜੀ ਬੁਝਾਉਣ ਵਾਲੇ, ਅੱਗ ਲਾਉਣ ਵਾਲੇ ਵਿੱਚ ਨਾਲ ਲਿਖਾਈਏ। ਤੇ ਆਪਾਂ ਸਮਾਂ ਵੀ ਆਪਣਾ ਯਾਦ ਹੋ ਗਿਆ, ਤੇ ਵੀਰ ਉਹਨੇ ਤੁਸੀਂ ਬੋਲੋਗੇ 2 ਮਿੰਟ ਇਹ ਲਾਉਣਗੇ ਤੇ ਇੱਧਰ ਵੀਰ ਤੋਂ ਬਾਅਦ ਆਪਾਂ ਚੱਲਦੇ ਨਾਲ ਹੀ ਸਿਟੀ ਵਾਲਿਆਂ ਦਾ ਧੰਨਵਾਦ ਕਰਦੇ ਹਾਂ, ਗੁਰਪ੍ਰੀਤ ਸਿੰਘ ਢਿੱਲੋਂ ਹੋਣਾ ਜਿਨ੍ਹਾਂ ਨੇ ਪਰਮਿਸ਼ਨ ਵੀ ਦਵਾਈ, ਤੇ ਅਪੀਲ ਪੁਲਿਸ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਸਾਰੀ ਸਾਡੇ ਜਿੰਨੀ ਇੱਥੇ ਟੀਮ ਪਹੁੰਚ ਗਈ, ਸਾਰਿਆਂ ਵੱਲੋਂ ਸਾਡੀ
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਾਈ ਸਾਰੇ ਇੱਥੇ ਮੇਰੇ ਵੀਰ ਵੱਡੇ ਛੋਟੇ ਆਇਆਂ ਦਾ ਜੀ ਆਇਆਂ ਕਰਦਾ। ਜਿਹੜੇ ਜੋਤੀ ਬਾਈ ਹੋਣਾ ਦੇ ਇੱਕ ਸੱਦੇ ਤੇ ਇੱਥੇ ਪਹੁੰਚੇ, ਬਾਈ ਹੋਣਾ ਦਾ ਵੀ ਸ਼ੁਕਰਾਨਾ, ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਐਡਾ ਵੱਡਾ ਉਦਮ ਕੀਤਾ। ਤੇ ਮੈਂ ਬਾਈ ਜਿਹੜਾ ਮੇਰਾ ਵੀਰ ਇੱਥੇ ਬੋਲ ਕੇ ਗਿਆ, ਜਸਟ ਉਹਦੀਆਂ 2 ਗੱਲਾਂ ਐਡ ਕਰੂੰਗਾ। ਬਾਕੀ ਬਾਈ ਨੇ ਬਹੁਤ ਸੋਹਣੀ ਗੱਲ ਸਮਝਾਈ ਆ। ਕਈਆਂ ਨੇ ਮੈਨੂੰ ਵੀ ਪੁੱਛਿਆ ਜਦੋਂ ਮੈਂ ਬਾਈ ਤੋਂ ਲੈ ਕੇ ਲਿੰਕ ਸ਼ੇਅਰ ਕੀਤਾ ਕੱਲ, ਕਿ ਤੁਸੀਂ ਬਰੈਂਪਟਨ ਦੇ ਵਿੱਚ ਕੀ ਕਰ ਲਓਗੇ, ਕਿ ਆਪਾਂ ਇੱਥੇ 100 ਇਕੱਠਾ ਹੋ ਜੂ 150 ਇਕੱਠਾ ਹੋ ਜੂ। ਹੁਣ ਮੈਂ ਬਾਈ ਇੱਕ ਗੱਲ ਦੱਸਦਾ, ਕਰ ਕੀ ਲਵਾਂਗੇ। 150 ਨੂੰ ਜੇ ਪੂਰੀ ਨੌਲੇਜ ਹੋਗੀ, 150 ਪਰਿਵਾਰ ਪੰਜਾਬ 'ਚ ਆਬਾਦ ਹੋ ਜੂ। ਕਿਵੇਂ ਹੋ ਜੂ? ਜੇ ਅਸੀਂ ਆਪਣੇ ਮਾਪਿਓ ਨੂੰ, ਜਿਹੜੇ ਸਾਡੇ ਦਾਦੇ ਪੜਦਾਦੇ ਖੇਤੀ ਕਰਦੇ ਉਹਨੂੰ ਇਹ ਦੱਸਾਂਗੇ ਵੀ MSP ਹੁੰਦੀ ਕੀ ਸੀ। ਜਿਹਨਾਂ ਨੂੰ ਨਹੀਂ ਪਤਾ, ਸਾਡੇ ਚਲੋ ਘੱਟ ਪੜ੍ਹੇ ਹੋਇਆ ਵਰਗ ਵੀ ਹੈਗਾ ਜਿਹੜਾ ਪਿਛਲਾ, ਹੁਣ ਤੇ ਚਲੋ ਸਾਡੇ ਮੁੰਡੇ ਪੜ੍ਹ ਲੱਗੇ ਉਰੇ ਆ ਗਏ, ਬਟ ਬਹੁਤਿਆਂ ਨੂੰ ਇਹੀ ਨਹੀਂ ਪਤਾ ਵੀ MSP ਦਾ ਚੱਕਰ ਕੀ ਆ। ਬਾਜੀ ਮੇਰੇ ਤੋਂ ਬਹੁਤੇ ਪੜ੍ਹੇ ਲਿਖੇ ਵੀ ਹੋਣਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੋ, ਬਟ ਮੈਂ ਇਕਨੋਮਿਕਸ ਦਾ ਸਟੂਡੈਂਟ ਹਾਂ, ਤਾਂ ਮੈਂ ਥੋੜੀ ਜਿਹੀ ਇੱਕ ਛੋਟੀ ਜਿਹੀ ਗੱਲ ਦੱਸਣ ਲੱਗਾ। ਤੇ MSP ਬਾਈ 3 ਚੀਜ਼ਾਂ ਨਾਲ ਰਲ ਕੇ ਬਣਦੀ ਆ, A2, FL ਤੇ C2। A2 ਹੁੰਦੀ ਹੈ ਜਿਹੜਾ ਇੱਕ ਜ਼ਿਮੀਂਦਾਰ ਆ, ਜਿਹੜਾ ਵੀ ਬੰਦਾ ਖੇਤੀ ਕਰਦਾ, ਇੱਕ ਫਸਲ ਦੇ ਉੱਤੇ ਆਪਣਾ ਪੱਲਿਓਂ ਖਰਚਾ ਦਿੰਦਾ, ਚਾਹੇ ਉਹ ਸੁਸਾਇਟੀ 'ਚੋਂ ਰਿਓ ਚੱਕਦਾ, ਖਾਦ ਚੱਕਦਾ, ਪੈਸਟੀਸਾਈਡ ਸਪਰੇ ਜੋ ਵੀ ਕਰਦਾ। ਤੇ FL ਹੁੰਦੀ ਹੈ ਜੀ ਫੈਮਿਲੀ ਦਾ ਬੰਦਾ, ਜਿਹੜਾ ਮਤਲਬ ਕਿ ਇੱਕ ਪਿਓ ਦਾ ਪੁੱਤ ਉਹਦੀ ਹੈਲਪ ਕਰਦਾ ਆਪਣਾ ਸਮਾਂ ਕੱਢ ਕੇ, ਜਾਂ ਫਿਰ ਇੱਕ ਉਹਦੀ ਘਰ ਵਾਲੀ ਜਾਂ ਕੋਈ ਵੀ XYZ ਬੰਦਾ, ਚਾਚਾ ਤਾਇਆ, ਜੋ ਵੀ ਉਹਦੇ ਵਿੱਚ ਯੋਗਦਾਨ ਪਾਉਂਦਾ, ਉਹ ਹੁੰਦੀ ਹੈ FL। ਤੇ ਤੀਸਰੀ ਆ ਗਈ ਬਾਜੀ C2, ਜਿਹੜੀ ਕਿ ਸਾਨੂੰ ਅੱਜ ਤੱਕ ਨਹੀਂ ਮਿਲੀ ਜਿੱਦਣ ਦੀ ਵੀ MSP ਬਣੀ ਆ। ਹੁਣ C2 ਵਿੱਚ ਇਹ ਹੁੰਦਾ ਵਾ, ਮੰਨ ਲਓ ਮੈਂ 5 ਕਿੱਲੇ ਠੇਕੇ ਤੇ ਲਿੱਤੇ ਨੇ, ਜਿਹੜਾ ਵੀ ਠੇਕਾ ਮੈਂ ਇੱਕ ਫਸਲ ਦੇ ਲਈ ਦੇ ਰਿਹਾ ਵਾ, ਚਾਹੇ ਉਹ ਝੋਨਾ, ਕਣਕ, ਮੱਕੀ, ਜਿਹੜੀ ਵੀ ਫਸਲ ਆ, ਉਹ ਹੋ ਗਈ ਬਾਜੀ ਮੇਰੀ C2। ਤੇ ਉਹ ਸਾਨੂੰ ਕਦੇ ਵੀ ਨਹੀਂ ਮਿਲੀ ਅਜੇ ਤੱਕ। ਸਾਨੂੰ ਜਿਹੜੀ MSP ਮਿਲੀ ਆ, ਉਹ ਮਿਲੀ ਆ A2 + FL। ਤੇ ਬਾਈ ਮੈਂ ਦੱਸ ਦਿੰਦਾ, C2 ਆ ਜਿਹੜੀ, ਉਹ ਸਾਨੂੰ ਅੱਜ ਤੱਕ ਨਹੀਂ ਕਦੇ ਮਿਲੀ। ਸੋ C2 ਲੈਣ ਦੇ ਲਈ ਅਸੀਂ ਪਹਿਲੀ ਤਾਂ ਸਾਡੀ ਲੜਾਈ C2 ਤੇ ਹੀ ਖਤਮ ਹੋ ਜਾਣੀ ਚਾਹੀਦੀ ਸੀ, ਪਰ ਜਿਹੜੇ ਖੇਤੀ ਬਿੱਲ ਆਏ ਨੇ ਇਹ ਬਹੁਤ ਹੀ ਜ਼ਿਆਦਾ ਬਾਈ ਸਾਡੇ ਲਈ ਹਾਨੀਕਾਰਕ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜਾ ਵੀ ਮੇਰਾ ਵੀਰ ਇੱਥੇ ਆਪਣੇ ਮਾਪਿਆਂ ਨੂੰ ਇਹ ਸਮਝਾ ਦੂਗਾ ਨਾ ਵੀ ਕਦੇ ਵੀ ਕਿਸੇ ਵੀ, ਜਿਹੜੇ ਵੀ ਸਾਡੇ ਹੁਣ ਕਾਰਪੋਰੇਟ ਘਰਾਣੇ ਆਉਣਗੇ, ਉਹ ਸਾਡੀਆਂ ਫਸਲਾਂ ਬਾਈ ਜੀ ਕੰਟਰੈਕਟ ਤੇ ਲੈਣਗੇ, ਫਸਲਾਂ ਵੀ ਲੈਣਗੇ ਤੇ ਬਾਈ ਜੀ ਜ਼ਮੀਨਾਂ ਵੀ ਲੈਣਗੇ। ਸੋ ਜ਼ਮੀਨਾਂ ਲੈਣ ਦੇ ਨਾਲ ਬਾਈ ਜੀ ਕੀ ਹੋਊਗਾ, ਉਹਨਾਂ ਨੇ 15 ਸਾਲ ਦਾ ਕੰਟਰੈਕਟ ਕਰ ਲੈਣਾ ਸਾਡੇ ਨਾਲ, ਤੇ 15 ਸਾਲ ਦੇ ਵਿੱਚ ਬਾਈ ਜੀ ਅਸੀਂ ਕੁਝ ਵੀ ਨਹੀਂ ਕਰ ਸਕਾਂਗੇ, ਅਸੀਂ ਉਹਨਾਂ ਦੇ ਗੁਲਾਮ ਹੋ ਜਾਾਂਗੇ ਬਾਈ ਜੀ। 15 ਸਾਲ ਦੇ ਲਈ ਪਹਿਲੇ ਸਾਲ ਉਹਨਾਂ ਸਾਨੂੰ 1.5 ਲੱਖ ਦਾ 2 ਲੱਖ ਦਾ 1 ਕਿੱਲੇ ਦੇ ਵਜੋਂ ਉਹ ਦੇਣਾ, ਠੇਕਾ ਦੇਣਾ, ਜੋ ਕਿ ਵੱਡੀ ਡਾਕਰ ਜ਼ਮੀਨ ਜਿਹੜੀ ਮਾਲਵੇ 'ਚ ਪਾਈ ਜਾਂਦੀ ਹੈ ਉਹਦਾ ਵੀ 60,000 ਤੋਂ ਉੱਪਰ ਹੈ ਨਹੀਂ। ਤੇ ਜੇ 60,000 ਅਸੀਂ 1 ਕਿੱਲੇ ਦਾ ਵੀ ਦਈਏ ਤਾਂ ਵੀ ਬਹੁਤ ਮਹਿਨੇ ਰਖਾਉਂਦੀ ਹੈ, ਤੇ ਸਾਨੂੰ ਬਚਦਾ ਕੁਝ ਵੀ ਨਹੀਂ, ਤੂੜੀ ਉਹ ਬਚਦੀ ਹੈ ਕਣਕ ਦੀ। ਤੇ ਬਾਈ ਜੀ 2 ਲੱਖ ਰੁਪਏ ਦੇ ਵਿੱਚ ਕੋਈ ਵੀ ਜੱਟ ਮੇਰਾ ਵੀਰ ਆ, ਕੋਈ ਵੀ ਕਿਸਾਨ ਆ, ਕੋਈ ਵੀ ਆਪਣੀ ਖੇਤੀ ਕਰਨ ਵਾਲਾ ਬੰਦਾ, ਨੇ ਕਹਿਣਾ ਲੈਂਦਾ 2 ਲੱਖ ਮੇਰਾ ਹੋ ਗਿਆ, ਮੈਂ ਮੁੰਡੇ ਨੂੰ ਬਾਹਰ ਭੇਜਣਾ, ਆਪਣਾ ਗੇਮ ਬਣ ਗਈ, 5 ਕਿੱਲੇ 10 ਬਣ ਗਿਆ। ਤੇ ਬਾਈ ਜੀ ਉਹਨਾਂ ਨੇ ਕਰ ਲੈਣਾ। ਬਾਈ ਜੀ 3 ਸਾਲ ਤੁਹਾਨੂੰ ਬੜੀ ਖੁਸ਼ੀ ਨਾਲ 2-2 ਲੱਖ ਰੁਪਇਆ ਪਰ ਕਿੱਲੇ ਦੇ ਹਿਸਾਬ ਨਾਲ ਦੇਣਗੇ। ਤੇ ਵੀਰ ਉਸ ਤੋਂ ਬਾਅਦ ਕੀ ਹੋਣਾ ਜੀ, ਉਹਨਾਂ ਨੇ ਹੱਥ ਝਾੜ ਦੇਣੇ ਨੇ, ਪੱਲਾ ਝਾੜ ਦੇਣਾ, ਸਾਡੇ ਕੋਲ ਤਾਂ 20,000 ਰੁਪਇਆ ਬੱਚਾ ਲੈਣਾ ਲਵੋ, ਨਹੀਂ ਲੈਣਾ ਲਵੋ। ਇਸ ਗੱਲ ਦੀ ਬਾਈ ਇਹਨਾਂ ਨੇ ਇਹ ਬਣਾ ਦਿੱਤਾ ਕਿ ਸੁਣਵਾਈ ਸਿਰਫ DC ਤੇ SDM ਤੱਕ ਆ, ਤੁਸੀਂ ਕਿਸੇ ਅਦਾਲਤ ਦਾ ਦਰਵਾਜ਼ਾ ਵੀ ਨਹੀਂ ਖੜਕਾ ਸਕਦੇ, ਜੋ ਕਿ ਬਹੁਤ ਹੀ ਜ਼ਿਆਦਾ ਮੰਦਭਾਗੀ ਗੱਲ ਆ ਬਾਈ ਜੀ। 2006 ਤੇ 7 ਦੇ ਵਿੱਚ UP ਤੇ ਬਿਹਾਰ ਦੇ ਵਿੱਚ ਇਹਨਾਂ ਨੇ ਕੱਢਿਆ। ਤੇ ਬਾਈ ਬਿਹਾਰ ਦੇ ਵਿੱਚ ਸਾਡੇ ਪਿੰਡ ਦੀ ਤੁਹਾਨੂੰ ਮੈਂ ਗੱਲ ਦੱਸਦਾ, 10-10 ਕਿੱਲੇ ਵਾਲੇ ਭਈਏ ਨੇ ਜਿਹੜੇ ਮਜ਼ਦੂਰ ਨੇ ਬਾਈ, ਝੋਨਾ ਲਾਉਂਦੇ ਨੇ 10 ਕਿੱਲੇ ਵਾਲੇ। ਬਾਈ ਸਾਡੇ ਪੰਜਾਬ ਦੇ ਵਿੱਚ ਨਾ 70% ਕਿਸਾਨ ਉਹ ਬਾਈ ਜਿਹੜਾ 7 ਕਿੱਲੇ ਤੋਂ ਥੱਲੇ ਖੇਤੀ ਕਰਦਾ। ਤੇ ਬਾਈ 65 ਕਿਸਾਨਾਂ ਨੇ ਜਿੱਦਣ ਦਾ ਬਿੱਲ ਲਾਗੂ ਹੋਇਆ ਇਕੱਲੇ ਪੰਜਾਬ ਦੇ ਵਿੱਚ ਖੁਦਕੁਸ਼ੀ ਕਰ ਲਈ ਆ। ਤੇ ਬਾਈ 16,000 ਕਿਸਾਨ ਮਰਦਾ ਵਾ ਇਕੱਲੇ ਸਾਡੇ ਈਸਟਰਨ ਵੈਸਟਰਨ UP ਹਰਿਆਣਾ ਤੇ ਪੰਜਾਬ ਦੇ ਵਿੱਚ, ਜੋ ਕਿ ਬਹੁਤ ਹੀ ਜ਼ਿਆਦਾ ਮਾੜੀ ਗੱਲ ਆ। ਕੋਈ ਇਹਨੂੰ ਦਿਖਾਉਂਦਾ ਨਹੀਂ, ਕੋਈ ਨੈਸ਼ਨਲ ਮੀਡੀਆ ਨੇ ਇਹਨੂੰ ਮੂਹਰੇ ਲਾਉਂਦਾ। ਸੋ ਬਾਈ ਆਪਣੇ ਮਾਪਿਆਂ ਨੂੰ ਸਮਝਾਇਓ ਵੀ ਕੋਈ ਗੱਲ ਨਹੀਂ, ਪੈਸੇ ਦੇ ਪਿੱਛੇ ਜਾਣਾ ਨਹੀਂ, ਬਿਲਕੁਲ ਇਹੋ ਜਿਹੇ ਕਾਰਪੋਰੇਟ ਘਰਾਣਿਆਂ ਦਾ ਬਾਈ ਸਾਥ ਨਹੀਂ ਦੇਣਾ, ਤੇ ਆਪਣੇ ਹੌਸਲੇ ਬੁਲੰਦ ਕਰਕੇ ਬਾਈ ਖੇਤੀ ਇੱਕ ਇਹੋ ਜਿਹਾ ਧੰਦਾ ਵਾ ਜਿਹੜਾ ਪੂਰੀ ਦੁਨੀਆ ਦਾ ਢਿੱਡ ਪਾਲਦਾ। 1965 ਦੇ ਵਿੱਚ ਬਾਈ ਆਪਣੇ ਭਾਰਤ ਦੇਸ਼ ਦੇ ਵਿੱਚ ਬਾਈ ਕਾਲ ਆਇਆ, ਅੰਨ ਦਾ ਕਾਲ ਆਇਆ, ਲਾਲ ਬਹਾਦੁਰ ਸ਼ਾਸਤਰੀ ਉਹਨੇ ਆ ਕੇ ਪੰਜਾਬ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਖੁੱਲੀ ਫਸਲ ਲਾਓ, ਅਸੀਂ ਤੁਹਾਡੀ ਸਾਰੀ ਖਰੀਦ ਕਰਾਂਗੇ। ਬਾਈ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਆ ਜਿਹੜਾ, ਪੂਰਾ ਹਰਿਆਣਾ ਵੀ ਸਾਡਾ ਹਿੱਸਾ ਹੀ ਆ। ਤੇ ਉਹਨਾਂ ਨੂੰ ਬਾਈ ਅੱਜ ਇਹਨਾਂ ਨੇ ਲੱਤ ਮਾਰ ਕੇ ਇੰਨਾ ਦੂਰ ਕਰ ਦਿੱਤਾ ਵੀ ਹਾਂ ਅਸੀਂ ਮੁੜ ਕੇ ਉੱਠ ਹੀ ਨਾ ਸਕੀਏ। ਰਾਜਸਥਾਨ ਬਾਈ, ਰਾਜਸਥਾਨ 'ਚ ਕਿੰਨੇ ਪੰਜਾਬੀ ਰਹਿੰਦੇ ਆ ਵੀ, UP 'ਚ ਬਾਈ ਆਪਣੇ ਜੰਮੂ ਕਸ਼ਮੀਰ 'ਚ ਰਹਿੰਦੇ ਆ ਬਾਈ, ਉੱਥੋਂ ਪੰਜਾਬੀ ਉਹ ਬਾਇਕਾਟ ਕਰਤੀ। ਤੇ ਅਸੀਂ ਬਾਈ ਇੱਥੇ ਮੈਨੂੰ ਪੁੱਛਦੇ ਸੀ ਜਿਹੜੇ ਕਹਿੰਦੇ ਸੀ ਕੀ ਕਰ ਸਕਦੇ ਆ, ਉਹ ਇਹ ਕਰ ਸਕਦੇ ਨੇ ਬਾਈ, ਰਿਲਾਇੰਸ ਦਾ ਤੇਲ ਪਾਉਣਾ ਬੰਦ ਕਰ ਦਿਓ, ਜਿਹੜੀ ਅਸੀਂ ਕਿਸਾਨੀ 'ਚ ਡਰਮਾ ਭਰਾਉਂਦੇ ਆ ਉਹ ਬੰਦ ਕਰੋ ਬਾਈ, ਰਿਲਾਇੰਸ ਤੋਂ ਖਾਣਾ ਪੀਣਾ ਰਾਸ਼ਨ ਲੈਣਾ ਬੰਦ ਕਰੋ। ਜਿੰਨੀਆਂ ਵੀ ਬਾਈ ਰਿਲਾਇੰਸ ਦੇ ਜੀਓ ਸਿਮ ਨੇ, ਹਰ ਬੰਦਾ 1.5 GB ਦੇ ਪਿੱਛੇ ਮਰ ਗਿਆ ਬਾਈ, ਚੰਗੀਆਂ ਕੰਪਨੀਆਂ ਰੋਲਦੀਆਂ ਬਾਈ, ਉਹਨੂੰ ਬੰਦ ਕਰੋ, ਠੀਕ ਆ। ਹੋਰ ਬਾਈ ਮੈਂ ਤੁਹਾਨੂੰ ਇਹ ਦੱਸਦਾ ਕਰ ਕੀ ਸਕਦੇ ਆ, ਜਿੰਨਾ ਜ਼ਿਆਦਾ ਬਾਈ ਇੱਕ ਬੰਦਾ 5 ਨੂੰ ਦੱਸੂਗਾ, 5 ਅੱਗੇ 50 ਨੂੰ ਦੱਸਣਗੇ ਬਾਈ, ਕਿੱਡੀ ਗੱਲ ਫੈਲੂਗੀ
ਬਾਈ ਨੇ ਦੱਸਿਆ ਕਿ ਸਿੰਗਰਾਂ ਦੇ ਪਿੱਛੇ ਗੱਲ ਸਿੰਗਰਾਂ ਦੇ ਪਿੱਛੇ ਲੱਗਣ ਦੀ ਨਹੀਂ ਗੱਲ ਹੈਗੀ ਤੁਹਾਨੂੰ ਕਿੰਨੀ ਕੁ ਅਕਲ ਆ ਤੁਹਾਨੂੰ ਨੌਲੇਜ ਕਿੰਨੀ ਆ ਅਸੀਂ ਇੰਸਟਾਗ੍ਰਾਮ ਤੇ ਬੈਠੇ ਐਸੀ ਤਾਂ ਅਸੀਂ ਇਹ ਪਾ ਦੋ ਉਹ ਪਾ ਦੋ ਆਹ ਸਟੋਰੀ ਚੜ੍ਹਦੀ ਬੰਦਾ ਗੱਡੀ ਚਲਾਉਂਦਾ ਉਹਦੀ ਗਾਣੇ ਲਾ ਕੇ ਸਟੋਰੀ ਚੜ੍ਹਦੀ ਜੇ ਤੁਸੀਂ ਇਹ ਗੱਲ ਨੂੰ ਸ਼ੇਅਰ ਕਰੋਗੇ ਸਾਡੇ ਦਾਦੇ ਪੜਦਾਦੇ ਬਈ 80 ਸਾਲਾਂ ਦੇ ਧਰਨਿਆਂ ਤੇ ਰੁਲਦੇ ਉਹਨਾਂ ਨੂੰ ਕੀ ਲੋੜ ਪੈ ਗਈ ਉਹ ਆਪਣੇ ਪੋਤਿਆਂ ਦੇ ਪੜਪੋਤਿਆਂ ਦੇ ਆਉਣ ਵਾਲੀਆਂ ਪੀੜ੍ਹੀਆਂ ਪਿੱਛੇ ਰੁਲਦੇ ਆ ਬਈ ਜੇ ਅੱਜ ਨਾ ਕੁਛ ਕੀਤਾ ਕਸਮੀ ਗੱਲ ਆ ਲੈ ਮੇਰਾ ਮੁੰਡਾ ਮੇਰੇ ਮੂੰਹ ਤੇ ਦੱਬੂਗਾ ਵੀ ਤੂੰ ਕੀਤਾ ਕੀ ਉਹਦੇ ਲਈ ਤਾਂ ਮੈਂ ਜਿਹੜਾ ਵੀ ਬਾਈ ਚਾਹੇ ਕਿਸੇ ਕੋਲ 50 ਕਿੱਲੇ ਬਚਣਾ 50 ਵਾਲੇ ਵੀ ਨਹੀਂ ਇਹਨਾਂ ਨੇ ਆਰਡੀਨੈਂਸ ਦੇ ਵਿੱਚ 3 ਕੀਤਾ ਬਾਈ ਇੱਕ ਦੇ ਕੀਤਾ ਐਮਐਸਪੀ ਤੋੜੀ ਨਹੀਂ ਅਸਲ ਦੇ ਵਿੱਚ ਐਮਐਸਪੀ ਉਹ ਕਰਤੀ ਪਹਿਲਾਂ ਫਲੋਟ ਕਰਤੀ ਰੱਖਣੀ ਹੋ 1000 ਨੂੰ ਵਿਕੂਗੀ 3 ਦਿਨ ਦੇ ਵਿੱਚ ਕਹਿੰਦੇ ਜੀ ਤੁਸੀਂ ਫਸਲ ਦਾ ਮੁੱਲ ਲੈ ਸਕਦੇ ਹੋ ਮੰਨ ਲਓ ਮੈਂ ਜਿਹੜਾ ਬੰਦਾ ਖਰੀਦ ਕਰਦਾ ਵਾ ਮੈਂ 3 ਦਿਨ ਦੇ ਵਿੱਚ ਤੁਹਾਨੂੰ ਦੇਤਾ ਤੁਹਾਡੀ ਫਸਲ ਦਾ ਦਿਨ ਦੇਤਾ ਨਹੀਂ ਭਾਵੇਂ ਤੁਸੀਂ ਮੇਰੀ ਪੂਛ ਫੜ ਲਓ ਮੈਂ ਕਹਿੰਦਾ ਮੇਰਾ ਬੈਂਕ ਰਪਟਾ ਮੇਰੀ ਕੋਈ ਸੁਣਵਾਈ ਨਹੀਂ ਬਾਈ ਨੇ ਦੱਸਿਆ ਲੋਨ ਲੈ ਸਕਦਾ ਬਿਲਕੁਲ ਲੈ ਸਕਦੇ ਆ ਬਾਈ ਜੇ ਜ਼ਿਮੀਂਦਾਰ 5 ਕਿੱਲੇ ਦਾ ਲੋਨ ਲੈਂਦਾ ਉਹਨੂੰ 2.5 ਪੌਣੇ 3 ਲੱਖ ਰੁਪਇਆ ਦੇ ਦਿੱਤਾ ਜਾਂਦਾ ਉਹਨੂੰ ਕਹਿੰਦੇ ਨੇ ਵੀ ਤੁਹਾਡੀ ਜ਼ਮੀਨ ਦਾ ਇਹ ਮੁੱਲ 23 ਲੱਖ ਰੁਪਏ ਕਿੱਲੇ ਦੀ ਗੱਲ ਕਰਦਾ ਜਿਹਦਾ ਸਰਕਾਰੀ ਮੁੱਲ ਆ ਉਹਨੂੰ ਸਿਰਫ 2.5 ਲੱਖ ਰੁਪਇਆ ਬਾਈ ਲੋਨ ਦਾ ਮਿਲਦਾ ਤੇ ਬਾਈ ਹੁਣ ਜਿਹੜੇ ਬੰਦੇ ਨੇ ਮੰਨ ਲਓ ਆਪਣੀ ਫਸਲ ਸਿੱਟੀ ਆ ਬਾਈ 5 ਕਿੱਲੇ ਵਾਲੇ ਨੇ 6 ਮਹੀਨੇ ਵੀਰੇ ਪੂਰੀ ਮਿਹਨਤ ਕਰਕੇ ਮੰਡੀਆਂ ਦੇ ਵਿੱਚ ਫਸਲ ਸਿੱਟੀ ਆ ਬਾਈ ਉਹਨੂੰ ਕੀ ਮਿਲਦਾ ਉਹਨੂੰ ਕੁਝ ਨਹੀਂ ਮਿਲਦਾ ਤੋ ਮੈਂ ਬਾਈ ਖਿਮਾ ਦਾ ਜੱਜ ਕਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਹਾਂ ਬਾਈ ਹਾਂ ਬਾਕੀ ਰਹਿੰਦੀ ਇੱਕ ਗੱਲ ਬਹੁਤ ਇੰਪੋਰਟੈਂਟ ਆ ਬਾਕੀ ਜਿੱਥੇ ਸਮਾਪਤੀ ਕਰਾਂਗੇ ਉੱਥੇ ਆਪਾਂ ਨਿਬੇੜ ਦਾਂਗੇ ਗੁਰਦੁਆਰਾ ਸਾਹਿਬ ਜਿਹੜਾ ਵਾ ਉੱਥੇ ਉਹਨਾਂ ਨੂੰ ਸਪੈਸ਼ਲ ਆ ਵੀ ਪ੍ਰਾਈਵੇਟ ਪ੍ਰਾਪਰਟੀ ਆਪਾਂ ਗੱਡੀਆਂ ਦੇ ਵਿੱਚ ਹੀ ਬਹਿਣਾ ਵਾ 10 ਬੰਦੇ ਜਿਹੜੇ ਮਰਜ਼ੀ ਬਾਹਰ ਖੜ੍ਹ ਜਾਓ ਅਸੀਂ ਵਿੱਚ ਬਹਿ ਜਾਾਂਗੇ ਕਿਉਂਕਿ ਉੱਥੇ ਆਪਾਂ ਚਾਹੁੰਦੇ ਨਹੀਂ ਵੀ ਆਪਾਂ ਚੰਗਾ ਕਾਰਜ ਕਰਦੇ ਵੀਡੀਓ ਵਾਲੇ ਆਪਾਂ ਨੂੰ ਦੂਜੀ ਨਿਗਾਹ ਨਾਲ ਤੇ ਹੁਣ ਬਾਈ ਜਕਾਰੇ ਦੇ ਨਾਲ ਆਪਣੇ ਸਾਰੇ ਮੇਰੇ ਵੀਰ ਗੱਡੀਆਂ 'ਚ ਬੈਠ ਕੇ ਤੇ ਆਪਾਂ ਸ਼ੁਰੂ ਕਰੀਏ ਬੋਲੇ ਸਤਿ ਸ੍ਰੀ ਅਕਾਲ ਜਿੰਦਾਬਾਦ ਵੀਰੋ ਆਪਾਂ ਗੱਡੀਆਂ ਗੈਪ ਰੱਖਣਾ ਜਿਵੇਂ ਆਪਣੇ ਲਾਇਸੈਂਸ ਲੈਣੇ ਆ ਉਦਾਂ ਆਪਾਂ ਲਾਈਟਾਂ ਫੋਲੋ ਕਰਨੀਆਂ ਨੇ ਫੋਲੋ ਕਰਨੇ ਆ ਗੁਰਨਾਲ ਵੀ ਸ਼ੁਰੂ ਕਰਨਾ ਹੈ ਆਪਾਂ ਸੈਂਟਰ ਮੋਡ ਤੇ ਜਾ ਕੇ ਬਸ ਜਾਣ ਦੇ ਗੁੱਸੇ ਨੂੰ